ਕੀ ਨਾਮ ਤੁਹਾਡਾ ਜੀ? ਮੈਂ ਰਜਿੰਦਰ ਕੌਰ ਮੀਮਸਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੁੱਖ ਸਲਾਹਕਾਰ ਇਸਤਰੀ ਵਿੰਗ ਦੇ ਅਹੁਦੇ 'ਤੇ ਕੰਮ ਕਰ ਰਹੀ ਹਾਂ ਅਤੇ 3.5 ਸਾਲ ਤੋਂ ਮੈਂ ਇਸ ਪਾਰਟੀ ਦੇ ਨਾਲ ਬਣੀ ਹੋਈ ਹਾਂ। ਸਭ ਤੋਂ ਪਹਿਲਾਂ ਮੈਂ ਸੀਨੀਅਰ ਲੀਡਰਸ਼ਿਪ ਅਤੇ ਮੇਰੀ ਇਸਤਰੀ ਭੈਣਾਂ ਜਿਨ੍ਹਾਂ ਨੇ ਮੈਨੂੰ ਪਾਰਟੀ ਦੇ ਵਿੱਚ ਰਹਿੰਦੇ ਬੰਦਾ ਮਾਨ ਸਤਿਕਾਰ ਦਿੱਤਾ, ਮੈਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਅਤੇ ਹਮੇਸ਼ਾ ਉਹਨਾਂ ਦੇ ਪਿਆਰ ਦੀ ਰਿਣੀ ਰਹਾਂਗੀ। ਹੁਣ ਅੱਜ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਆਪਣੀ ਮੁੱਢਲੀ ਮੈਂਬਰਸ਼ਿਪ ਦੇ ਨਾਲ ਇਸ ਪਾਰਟੀ ਤੋਂ ਅਸਤੀਫਾ ਦੇ ਰਹੀ ਹਾਂ, ਕਿਉਂਕਿ ਜਿਹੜਾ 2015 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ, ਉਹਨਾਂ ਦੇ ਅੰਗ ਹੈ ਜਿਹੜੇ ਉਹ ਗਲੀਆਂ 'ਚ ਖਿਲਾਰੇ ਗਏ ਸੀ ਔਰ ਇਤਰਾਜ਼ਯੋਗ ਜਿਹੜੇ ਪੋਸਟਰ ਨੇ ਉਹ ਕੰਧਾਂ 'ਤੇ ਲਾਏ ਗਏ ਸੀ, ਉਹਦੇ ਨਾਲ ਸੰਬੰਧ ਰੱਖਦਾ ਹੈ। ਹਾਂ, ਅੱਜ ਮੈਂ ਜਿਹੜੀ ਇਹ ਪ੍ਰੈਸ ਕਾਨਫਰੰਸ ਕਰ ਰਹੀ ਹਾਂ, ਕੁਝ ਮੇਰੇ ਪਾਰਟੀ ਵਰਕਰ ਕਹਿ ਹੋਣਗੇ ਕਿ ਮੀਮਸਾ ਪਾਰਟੀ ਦੀ ਗੱਦਾਰ ਹੈ। ਹਾਂ, ਮੈਂ ਗੱਦਾਰ ਹੋ ਸਕਦੀ ਹਾਂ। ਮੈਂ ਪਾਰਟੀ ਦੀ ਗੱਦਾਰ ਕਹਾਉਣਾ ਜ਼ਿਆਦਾ ਠੀਕ ਸਮਝੂੰਗੀ। ਮੈਂ ਕੌਮ ਦੀ ਗੱਦਾਰ ਨਹੀਂ ਬਣਨਾ ਚਾਹੁੰਦੀ, ਕਿਉਂਕਿ ਮਰਨਾ ਸਭ ਨੇ ਹੈ। ਮਰਦੇ ਹੋਏ ਮੇਰੇ ਮਨ 'ਤੇ ਇਹ ਬੋਝ ਨਾ ਰਹੇ ਕਿ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਸੀ ਜਾਂ ਫਰੀਦਕੋਟ ਕੋਰਟ ਵੱਲੋਂ ਉਹ ਇਸ ਟਾਈਮ ਪੀਓ ਡਿਕਲੇਅਰ ਹੋਏ ਨੇ, ਉਹਨਾਂ ਨੂੰ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਰਿਹਾਇਸ਼ ਦੇ ਉੱਪਰ 2016 ਅਤੇ 2017 ਦੇ ਵਿੱਚ ਵੇਖਿਆ। ਹੁਣ 2016 ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਮੈਨੂੰ ਇੱਕ ਮੈਸੇਜ ਕੀਤਾ ਕਿ ਤੁਸੀਂ ਸਾਡੇ ਕੋਲ ਦਿੱਲੀ ਆਓ। ਜਦ ਮੈਂ ਉਹਨਾਂ ਕੋਲ ਦਿੱਲੀ ਪਹੁੰਚੀ 2016 ਦੇ ਵਿੱਚ ਦਸੰਬਰ ਦਾ ਅਖੀਰਲਾ ਹਫ਼ਤਾ ਸੀਗਾ। ਮੈਂ ਜਦੋਂ ਉਹਨਾਂ ਦੇ ਦਿੱਲੀ ਰਿਹਾਇਸ਼ 'ਤੇ ਐਂਟਰ ਕੀਤਾ ਤਾਂ ਮੈਂ ਦੇਖਿਆ ਉੱਥੇ 2 ਡੇਰਾ ਪ੍ਰੇਮੀ ਬੈਠੇ ਹੋਏ ਨੇ। ਜਿਹੜੇ ਦੋਨੋਂ ਡੇਰਾ ਪ੍ਰੇਮੀ ਦੇ ਵਿੱਚੋਂ ਮੈਂ ਹਰਸ਼ ਧੂਰੀ ਨੂੰ ਬਹੁਤ ਵਧੀਆ ਤਰੀਕੇ ਨਾਲ ਜਾਣਦੀ ਸੀ। ਜਿਹੜਾ ਕਿ ਹਰਸ਼ ਧੂਰੀ ਹੈਗਾ ਉਹ ਇਹ ਸ਼ਖਸ ਹੈਗਾ ਜੀ। ਇਸ ਦੀ ਫੋਟੋ ਅੱਜ ਤੱਕ ਕਦੀ ਵੀ ਜਨਤਕ ਨਹੀਂ ਹੋਈ, ਇਸ ਕਰਕੇ ਲੋਕਾਂ ਨੂੰ ਇਸ ਦੇ ਬਾਰੇ ਬਹੁਤਾ ਪਤਾ ਨਹੀਂ ਹੈਗਾ, ਪਰ ਮੈਂ ਇਸ ਨੂੰ ਪਰਸਨਲ ਇਸ ਕਰਕੇ ਜਾਣਦੀ ਸੀ ਕਿਉਂਕਿ ਮੈਂ ਧੂਰੀ ਦੀ ਵਸਨੀਕ ਸੀਗੀ ਔਰ ਇਹਦੇ ਨਾਲ ਮੇਰਾ ਵਧੀਆ ਜਾਣ ਪਛਾਣ ਸੀਗੀ। ਇਹ ਮੇਰੇ ਕੋਲ ਪ੍ਰੂਫ ਨੇ ਜਿਹੜੇ ਧੂਰੀ ਦੇ ਨਾਲ ਰਿਲੇਟਡ ਨੇ ਅਤੇ ਇਸ ਟਾਈਮ ਮੇਰੀ ਰਿਹਾਇਸ਼ ਬਰਨਾਲੇ ਜ਼ਿਲ੍ਹੇ ਦੇ ਵਿੱਚ ਹੈਗੀ ਹੈ। ਇਹ ਜਿਹੜੇ ਜਗਜੀਤ ਸਿੰਘ ਹੈਗੇ ਆ, ਇਹ ਇਹਨਾਂ ਨਾਲ ਆਉਂਦੇ ਸੀ ਹਰਸ਼ ਧੂਰੀ ਨਾਲ, ਔਰ ਮੈਂ ਇਹਨਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ਦਿੱਲੀ 12 ਸਫਦਰਜੰਗ ਰੋਡ ਦੇ ਉੱਪਰ 3 ਵਾਰ ਵੇਖਿਆ। ਦਿੱਲੀ ਤਾਂ ਮੈਂ ਬਹੁਤ ਵਾਰ ਗਈ ਹੋਊਂਗੀ, ਪਰ ਮੈਂ ਇਹਨਾਂ ਨੂੰ 3 ਵਾਰ ਵੇਖਿਆ ਔਰ ਮੈਨੂੰ ਨਹੀਂ ਪਤਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਇਹ ਮੇਰੇ ਤੋਂ ਇਲਾਵਾ ਕਿੰਨੀ ਕੁ ਵਾਰ ਮਿਲੇ ਹੋਣਗੇ। ਹੁਣ ਜੇਕਰ ਗੱਲ ਕਰੀਏ ਕਿ ਅੱਜ ਮੈਨੂੰ ਇਹ ਪ੍ਰੈਸ ਕਾਨਫਰੰਸ ਕਿਉਂ ਕਰਨੀ ਪੈ ਰਹੀ ਹੈ, ਕਿਉਂਕਿ ਮੈਂ ਜਦ ਦੇਖਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਹੁਤ ਜ਼ਿਆਦਾ ਇਸ ਨੂੰ ਇੱਕ ਪੋਲੀਟੀਕਲ ਇਸ਼ੂ ਲੈ ਕੇ ਚੱਲ ਰਹੇ ਨੇ, ਬੇਅਦਬੀ ਦੇ ਮੈਟਰ ਨੂੰ। ਮੈਂ ਸਮਝਦੀ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਆ ਉੱਥੇ ਸਿਆਸਤ, ਪਾਰਟੀ, ਹੋਰ ਸਾਰੇ ਅਹੁਦੇ ਇੱਕ ਪਾਸੇ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਮਾਨ ਸਤਿਕਾਰ ਸਭ ਤੋਂ ਪਹਿਲਾਂ। ਹੁਣ ਜਦ ਕਿਸੇ ਸੋਰਸਾਂ ਰਾਹੀਂ ਉਹਨਾਂ ਨੂੰ ਪਤਾ ਲੱਗਿਆ ਕਿ ਮੀਮਸਾ ਅੱਜ ਅਸਤੀਫਾ ਦੇਣ ਚੰਡੀਗੜ੍ਹ ਪਹੁੰਚ ਰਹੀ ਹੈ ਅਤੇ ਉਹ ਇਸ ਬੇਅਦਬੀ ਦੇ ਨਾਲ ਰਿਲੇਟਡ ਵੀ ਕੁਝ ਤੱਥ ਪੇਸ਼ ਕਰਨਾ ਚਾਹੁੰਦੀ ਹੈ, ਤਾਂ ਉਹਨਾਂ ਨੇ ਇੱਕ ਚੰਡੀਗੜ੍ਹ ਦੇ ਮੇਰੇ ਖਿਲਾਫ ਪੀਸੀ ਕੀਤੀ ਹੈ ਸਵੇਰੇ, ਜੋ ਮੈਨੂੰ ਜਾਣਕਾਰੀ ਮਿਲੀ ਹੈ। ਪਰ ਮੈਨੂੰ ਨਹੀਂ ਪਤਾ ਉਹਨਾਂ ਨੇ ਉੱਥੇ ਬੋਲਿਆ ਕੀ ਹੈ ਅਤੇ ਉਹ ਮੈਨੂੰ ਕਿਸ ਤਰ੍ਹਾਂ ਉੱਥੇ ਪੰਜਾਬ ਦੇ ਲੋਕਾਂ ਅਤੇ ਦੂਰ ਨੇੜੇ ਵੱਸਦੇ ਲੋਕਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੈਗੇ ਆ। ਬਟ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦੀ ਹਾਂ ਕਿ ਮੈਂ ਜੋ ਕਹਿ ਰਹੀ ਹਾਂ, ਸੱਚੇ ਪਾਤਸ਼ਾਹ ਤੁਹਾਨੂੰ ਪਤਾ ਹੈ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਤਾ ਹੈ ਜਾਂ ਮੈਨੂੰ ਪਤਾ ਹੈ ਕਿ ਸੱਚ ਕੀ ਹੈ। ਅਗਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਇਹ ਗੱਲ ਮੇਰੀ ਸੁਣ ਰਹੇ ਹੈ ਤਾਂ ਉਹ ਮੇਰੇ ਨਾਲ ਟੇਬਲ ਟਾਕ ਕਰ ਸਕਦੇ ਨੇ। ਮੈਂ ਉਹਨਾਂ ਨਾਲ ਬਿਲਕੁਲ ਡਿਸਕਸ ਕਰ ਸਕਦੀ ਹਾਂ ਵਿਦ ਡੇਟਸ ਔਰ ਵਿਦ ਫੋਟੋਜ਼, ਔਰ ਉਹ ਇਹ ਗੱਲ ਤੋਂ ਝੂਠ ਨਹੀਂ ਬੋਲ ਸਕਣਗੇ ਕਿ ਮੀਮਸਾ ਔਰ ਹਰਸ਼ ਧੂਰੀ ਵਧੀਆ ਜਾਣਦੇ ਸੀ ਔਰ ਮੇਰੇ ਸਾਹਮਣੇ ਮਿਲਦੇ ਸੀ। ਉਹਨਾਂ ਦਾ ਰੀਜ਼ਨ ਮੈਂ ਹੁਣ ਤੁਹਾਡੇ ਸਾਹਮਣੇ ਪੇਸ਼ ਕਰਦੀ ਹਾਂ। ਪਹਿਲੀ ਵਾਰ ਜਦ ਮਿਲੇ 2016 ਦਸੰਬਰ ਦੇ ਲਾਸਟ ਹਫਤੇ 'ਚ, ਤਾਂ ਅਸੀਂ ਨੀਚੇ ਖੜੇ ਸੀ। ਜਦ ਐਂਟਰ ਕੀਤਾ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਰਿਹਾਇਸ਼ ਤੋਂ ਬਾਹਰ ਆਏ। ਉਹਨਾਂ ਨੇ ਇਹਨਾਂ ਨੂੰ ਦੇਖਦੇ ਹੀ ਕਿਹਾ ਕਿ ਯਾਰ ਫੋਨ ਤਾਂ ਕਰ ਲਿਆ ਕਰੋ, ਤੁਸੀਂ ਮਰਵਾਓਗੇ ਮੈਨੂੰ ਕਿਸੇ ਦਿਨ। ਉਸ ਟਾਈਮ ਮੇਰੇ ਮਨ 'ਚ ਇਹ ਕੁਐਸਚਨ ਆਇਆ ਕਿ 17 ਦੀਆਂ ਵੋਟਾਂ ਨੇੜੇ ਨੇ, ਸ਼ਾਇਦ ਪ੍ਰੇਮੀਆਂ ਦੀ ਵੋਟਾਂ ਦੀ ਲੋੜ ਹੋਏਗੀ, ਇਸ ਕਰਕੇ ਇਹਨਾਂ ਨੂੰ ਇੱਥੇ ਸੱਦਿਆ ਹੋਏਗਾ। ਮੈਂ ਕੁਝ ਨਹੀਂ ਬੋਲੀ ਔਰ ਮੈਂ ਵੀ ਮਿਲੀ ਔਰ ਚੁੱਪਚਾਪ ਵਾਪਸ ਪੰਜਾਬ ਆ ਗਈ। ਫਿਰ ਅਸੀਂ ਗਏ, ਜਦ ਚੋਣਾਂ ਹੋ ਚੁੱਕੀਆਂ ਸੀ, ਵੋਟਾਂ ਹੀ ਪੈ ਚੁੱਕੀਆਂ ਸੀ। ਉਸ ਤੋਂ ਬਾਅਦ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਫਿਰ ਦਿੱਲੀ ਗਏ। ਉੱਥੇ ਮੇਰੇ ਜਾਂਦੇ ਨੂੰ ਇਹ ਜਿਹੜਾ ਰੂਮ ਹੈਗਾ ਉਹਨਾਂ ਦੇ OSD ਦਾ ਰੂਮ ਹੈ, ਉੱਥੇ ਜਗਜੀਤ ਸਿੰਘ ਹੈਗੇ ਐਡਮਨ ਬਲਾਕ ਦੇ ਮੁਖੀ ਡੇਰਾ ਸਰਸਾ ਦੇ ਜੀ। ਇਹਨਾਂ ਦੇ ਨਾਲ ਹਰਸ਼ ਧੂਰੀ ਬੈਠਾ ਸੀ। ਮੈਂ ਵੀ ਬੈਠ ਕੇ ਉੱਥੇ ਚਾਹ ਸਾਂਝੀ ਕੀਤੀ ਔਰ ਮੈਂ ਇਸ ਕਰਕੇ ਫੋਟੋ ਉਹਨਾਂ ਦੇ ਨਾਲ ਆਪਣੀ ਨਹੀਂ ਲੈ ਸਕੀ ਕਿਉਂਕਿ ਮੈਂ ਮੋਬਾਈਲਾਂ ਨੇ
ਪਿਕ ਖਿੱਚੀ ਸੀ ਤਾਂ ਮੈਂ ਸੈਲਫੀ ਨਹੀਂ ਲੈਣ ਗਈ ਸੀ, ਨਾ ਮੈਨੂੰ ਇਸ ਦੇ ਨਾਲ ਰਿਲੇਟਡ ਕੁਝ ਪਤਾ ਸੀਗਾ ਕਿ ਮੈਨੂੰ ਸੈਲਫੀ ਲੈਣ ਦੀ ਲੋੜ ਹੈ। ਇਹ ਫੋਟੋ ਮੈਂ ਇਸ ਕਰਕੇ ਲਈ ਸੀ ਕਿਉਂਕਿ ਇਹ ਡੇਰਾ ਪ੍ਰੇਮੀ ਸੀ। ਮੈਨੂੰ ਇਹ ਲੱਗ ਰਿਹਾ ਸੀਗਾ ਕਿ ਪ੍ਰਧਾਨ ਜੀ ਦੇ ਬਹੁਤ ਨੇੜੇ ਹੈ, ਸ਼ਾਇਦ ਕਦੀ ਕੋਈ ਕੰਮ ਆ ਜਾਏ, ਤੇ ਮੈਂ ਇਸ ਬੰਦੇ ਬਾਰੇ ਜਾਣਨਾ ਚਾਹੁੰਦੀ ਸੀ। ਬਾਅਦ 'ਚ ਮੈਂ ਇਸ ਦੀ ਜਾਣਕਾਰੀ ਲਈ ਤਾਂ ਮੈਨੂੰ ਪਤਾ ਲੱਗਿਆ ਇਹ ਜਗਜੀਤ ਸਿੰਘ ਨੇ, ਬਠਿੰਡੇ ਦੇ ਨੇੜੇ ਕੋਈ ਬਾਲਿਆਂ ਵਾਲੀ ਪਿੰਡ ਹੈਗਾ, ਉੱਥੇ ਨਾਲ ਸੰਬੰਧ ਰੱਖਦੇ ਨੇ, ਅਤੇ ਡੇਰਾ ਸਰਸਾ ਦੇ ਐਡਮੰਡ ਬਲਾਕ ਦੇ ਇਸ ਟਾਈਮ ਮੁਖੀ ਨੇ। ਇਹ ਸਾਰਾ ਕੰਮਕਾਰ ਉੱਥੇ ਦੇਖ ਰਹੇ ਨੇ, ਔਰ ਹਰਸ਼ ਧੂਰੀ ਨੂੰ 3 ਵਾਰ ਉੱਥੇ ਮੇਰੇ ਸਾਹਮਣੇ ਲੈ ਕੇ ਆਏ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਕੋਲ। ਦੂਸਰੀ ਵਾਰ ਜਦ ਪ੍ਰਧਾਨ ਜੀ ਦੇ ਸਾਹਮਣੇ ਅਸੀਂ ਮਿਲੇ ਤਾਂ ਪ੍ਰਧਾਨ ਜੀ ਇਹਨਾਂ ਨੂੰ ਅੰਦਰ ਲੈ ਗਏ ਔਰ ਇਹਨਾਂ ਦੀ ਬੰਦ ਕਮਰਾ ਮੀਟਿੰਗ ਹੋਈ। ਮੈਂ ਬਾਹਰ ਸੀਗੀ, ਮੈਨੂੰ ਪ੍ਰਧਾਨ ਜੀ ਨੇ ਕਿਹਾ ਮੈਡਮ ਤੁਸੀਂ ਇਸ ਤੋਂ ਬਾਅਦ ਆ ਜਿਓ। ਉਸ ਤੋਂ ਬਾਅਦ ਇਹ ਚਲੇ ਗਏ, ਮੈਂ ਵੀ ਪ੍ਰਧਾਨ ਜੀ ਨੂੰ ਮਿਲੀ ਔਰ ਮੈਂ ਵਾਪਸ ਪੰਜਾਬ ਆ ਗਈ। ਤੀਸਰੀ ਵਾਰ 2017 ਦੀ ਹੈ, ਕਾਂਗਰਸ ਦੀ ਸਰਕਾਰ ਬਣ ਚੁੱਕੀ ਸੀ, ਇਹ ਵੀ ਉੱਥੇ ਗਏ ਹੋਏ ਸੀ ਔਰ ਮੈਂ ਵੀ ਗਈ ਹੋਈ ਸੀ। ਇਹ ਮੇਨ ਰੂਮ 'ਚ ਬੈਠੇ ਸੀਗੇ, ਦੇਖੋ ਮੇਨ ਰੂਮ ਦੇ ਵਿੱਚ ਤਾਂ ਮੈਂ ਇਹਨਾਂ ਦੀ ਫੋਟੋ ਲਈ ਨਹੀਂ, ਬਟ ਮੈਂ ਆਪਣੀ ਜ਼ਰੂਰ ਫੋਟੋ ਲਈ, ਕਿਉਂਕਿ ਕਹਿ ਸਕਦੇ ਨੇ ਕਿ ਮੇਨ ਰੂਮ ਦੇ ਵਿੱਚ ਪ੍ਰਧਾਨ ਜੀ ਫੋਟੋ ਨਹੀਂ ਕਰਨ ਦਿੰਦੇ, ਉਹ ਮੋਬਾਈਲ ਆ ਜਿਹੜੇ ਉਹ ਬਾਹਰ ਰੱਖ ਦਿੰਦੇ ਹੈਗੇ ਆ। ਅਤੇ ਮੈਂ ਉਹ ਫੋਟੋ ਤੁਹਾਡੇ ਨਾਲ ਸ਼ੇਅਰ ਕਰ ਸਕਦੀ ਹਾਂ ਕਿ ਇਹਨਾਂ ਦਾ ਮੇਨ ਆਫਿਸ ਹੈ, ਜਿੱਥੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਫੋਟੋ ਖਿੱਚਣੀ ਕਿੰਨੀ ਪ੍ਰੋਬਲਮ ਹੈਗੀ ਹੈ, ਬਟ ਮੈਂ ਫਿਰ ਵੀ ਕੋਸ਼ਿਸ਼ ਕੀਤੀ ਉਸ ਆਫਿਸ ਦੇ ਵਿੱਚ ਫੋਟੋ ਲੈਣ ਦੀ। ਆ ਮੇਨ ਆਫਿਸ ਹੈ, ਇੱਥੇ ਪ੍ਰਧਾਨ ਜੀ ਬੈਠਦੇ ਆ ਆ ਕੁਰਸੀ 'ਤੇ, ਅਤੇ ਇੱਥੇ ਜੋ ਵੀ ਮਿਲਣ ਵਾਲਾ ਸੰਬੰਧਿਤ ਵਿਅਕਤੀ ਉਹ ਬੈਠਦਾ ਹੈ। ਇੱਥੇ ਸਾਹਮਣੇ ਇੱਕ ਸੋਫਾ ਲੱਗਿਆ ਜਿੱਥੇ ਮੈਂ ਬੈਠੀ ਹੋਈ ਸੀ। ਹੁਣ ਅਗਰ ਮੈਂ ਫੋਟੋ ਖਿੱਚਦੀ, ਮੇਰੇ ਕੋਲ ਕੈਮਰਾ ਉਸ ਟਾਈਮ ਨਹੀਂ ਸੀ, ਇਹ ਉਦੋਂ ਦੀ ਫੋਟੋ ਲਈ ਹੋਈ ਹੈ ਜਦ ਪ੍ਰਧਾਨ ਜੀ ਉੱਥੇ ਆਏ ਨਹੀਂ ਸੀਗੇ, ਤਾਂ ਅਸੀਂ ਅੰਦਰ ਬੈਠੇ ਸੀਗੇ। ਹੁਣ ਜਦ ਪ੍ਰਧਾਨ ਜੀ ਨੇ ਐਂਟਰ ਕੀਤਾ ਤੇ ਦੋਨੋਂ ਖੜੇ ਹੋ ਗਏ ਔਰ ਇਹਨਾਂ ਨੇ ਪ੍ਰਧਾਨ ਜੀ ਨੂੰ ਹੱਥ ਮਿਲਾਉਂਦੇ ਹੋਏ ਕਿਹਾ, ਪ੍ਰਧਾਨ ਜੀ ਕਾਂਗਰਸ ਦੀ ਸਰਕਾਰ ਬਣ ਗਈ, ਸਾਡਾ ਕੁਝ ਕਰੋ। ਤਾਂ ਪ੍ਰਧਾਨ ਜੀ ਨੇ ਕਿਹਾ ਕਿ ਮੈਨੂੰ ਪਤਾ ਹੈ ਤੁਹਾਨੂੰ ਜਲਦੀ ਫੋਨ ਆਏਗਾ ਅਤੇ ਆਪਾਂ ਛੇਤੀ ਮਿਲਦੇ ਹਾਂ। ਹੁਣ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ 3 ਕੁਐਸਚਨ ਪੁੱਛਣਾ ਚਾਹੁੰਦੀ ਹਾਂ, ਜੋ ਮੇਰੀ ਸ਼ੰਕਾ ਵੀ ਦੂਰ ਹੋਏਗੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਮੰਗ ਰਹੀ ਹੈ ਜਿਹੜੀ ਗੁਰੂ ਨਾਮ ਲੇਵਾ ਸੰਗਤ, ਉਹਨਾਂ ਨੂੰ ਵੀ ਇਸ ਦੀ ਸੱਚਾਈ ਪਤਾ ਲੱਗੇਗੀ। ਉਹਦੇ ਵਿੱਚ ਪਹਿਲਾ ਕੁਐਸਚਨ ਇਹ ਹੈ ਕਿ ਜਦ ਤੁਹਾਨੂੰ ਪਹਿਲੀ ਵਾਰ ਹਰਸ਼ ਧੂਰੀ ਮੇਰੇ ਸਾਹਮਣੇ ਮਿਲੇ ਤਾਂ ਤੁਸੀਂ ਕਿਹਾ ਯਾਰ ਫੋਨ ਕਰ ਲਿਆ ਕਰੋ, ਸਾਨੂੰ ਮਰਵਾਓਗੇ, ਤੁਸੀਂ ਇਹ ਗੱਲ ਕਿਉਂ ਕਹੀ? ਦੂਸਰਾ, ਇਹਨਾਂ ਨੇ ਕਿਉਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣ ਗਈ ਹੈ ਜੀ ਔਰ ਵੋਟਾਂ ਪੈ ਚੁੱਕੀਆਂ ਨੇ, ਸਾਡਾ ਕੁਝ ਕਰੋ, ਔਰ ਤੁਸੀਂ ਇਹ ਕਿਉਂ ਕਿਹਾ ਕਿ ਯਾਰ ਤੁਹਾਨੂੰ ਫੋਨ ਆ ਜਾਏਗਾ, ਤੁਹਾਡਾ ਕਰਤਾ, ਆਪਾਂ ਛੇਤੀ ਮਿਲਦੇ ਹਾਂ। ਅਗਰ ਤੁਸੀਂ ਹੁਣ ਮੀਡੀਆ ਦੇ ਵਿੱਚ ਕਹਿ ਰਹੇ ਹੋ ਕਿ ਮੈਂ ਅਗਰ ਦੋਖੀਆਂ ਨੂੰ ਜਾਣਦਾ ਹੁੰਦਾ ਮੈਂ ਜ਼ਰੂਰ ਹੈਲਪ ਕਰਦਾ, ਪ੍ਰਧਾਨ ਜੀ ਤੁਹਾਨੂੰ ਪਤਾ ਸੀ ਹਰਸ਼ ਧੂਰੀ ਹੈ ਉਹ 'ਤੇ FIR ਹੋਈ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਦੇ ਸੰਬੰਧ ਦੇ ਵਿੱਚ। PO ਤਾਂ ਉਹ ਹੁਣ ਡਿਕਲੇਅਰ ਹੋਇਆ ਨਾ ਜੀ, ਉਸ ਟਾਈਮ ਤਾਂ ਪਰਚਾ ਦਰਜ ਹੋਇਆ ਸੀ, ਤੁਹਾਡੀ ਸਰਕਾਰ ਸੀ 15 'ਚ ਵੀ ਅਤੇ 16 ਦੇ ਵਿੱਚ ਵੀ, ਔਰ ਉਸ ਟਾਈਮ ਇਹ ਬੇਅਦਬੀ ਹੋਈ ਹੈਗੀ ਹੈ, ਫਿਰ ਤੁਹਾਡੇ ਸੰਪਰਕ 'ਚ ਕਿਉਂ ਸੀਗੇ? ਮੈਨੂੰ ਔਰ ਪੰਜਾਬ ਦੇ ਲੋਕਾਂ ਨੂੰ ਇਹ ਜਵਾਬ ਚਾਹੀਦਾ ਹੈ ਕਿ ਹਰਸ਼ ਧੂਰੀ ਨਾਲ ਤੁਹਾਡਾ ਕੀ ਸੰਬੰਧ ਸੀ, ਉਹ ਤੁਹਾਨੂੰ ਕਿਉਂ ਮਿਲਦੇ ਸੀ ਅਤੇ ਤੁਸੀਂ ਉਹਨਾਂ ਦਾ ਕਿਸ ਤਰ੍ਹਾਂ ਦਾ ਅਰੇਂਜਮੈਂਟ ਕਰ ਰਹੇ ਸੀ। ਅਗਰ ਆਪਾਂ ਇਹ ਤਿੰਨੇ ਪ੍ਰਸ਼ਨਾਂ ਦਾ ਉੱਤਰ ਪੰਜਾਬ ਦੇ ਲੋਕਾਂ ਨੂੰ, ਪ੍ਰਸ਼ਾਸਨ ਨੂੰ ਦੇ ਦਿੰਦੇ ਹਾਂ ਜਾਂ ਕੋਰਟ ਦੇ ਵਿੱਚ ਜਾ ਕੇ ਆਪਣੀ ਗਵਾਹੀ ਦੇ ਦਿੰਦੇ ਹਾਂ, ਤਾਂ ਮੈਂ ਸਮਝਦੀ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੇ, ਉਹਨਾਂ ਦੇ ਅੰਗ ਹੈ ਜਿਹੜੇ ਗਲੀਆਂ 'ਚ ਖਿਲਾਰੇ ਗਏ ਸੀਗੇ, ਔਰ ਜਿਹੜੇ ਉਹਨਾਂ ਦੇ ਪੋਸਟਰ ਸੀਗੇ ਉਹ ਅਪਸ਼ਬਦ ਲਿਖ ਕੇ ਚਿਪਕਾਏ ਗਏ ਸੀ ਕੰਧਾਂ 'ਤੇ, ਤਾਂ ਪੰਜਾਬ ਦੇ ਲੋਕਾਂ ਨੂੰ ਇਸ ਦਾ ਇਨਸਾਫ ਬਹੁਤ ਛੇਤੀ ਮਿਲ ਜਾਏਗਾ। ਸੋ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਆਸ ਕਰਦੀ ਹਾਂ ਕਿ ਮੇਰੇ ਵੱਲੋਂ ਜੋ ਵੀ ਕਿਹਾ ਗਿਆ ਹੈ ਉਹ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਿਹਾ। ਅਗਰ ਕਿਸੇ ਭੈਣ ਭਰਾ ਦੇ ਮਨ 'ਚ ਕੋਈ ਸ਼ੰਕਾ ਆਉਂਦੀ ਹੈ, ਉਹ ਕੁਝ ਪੁੱਛਣਾ ਚਾਹੁੰਦਾ ਹੈ ਜਾਂ ਮੈਨੂੰ ਕਹਿਣਾ ਚਾਹੁੰਦਾ ਹੈ, ਤਾਂ ਉਹ ਮੇਰਾ ਮੋਬਾਈਲ ਨੰਬਰ ਹੈ ਜਿਹੜਾ ਉਹ ਮੇਰੇ ਫੇਸਬੁੱਕ 'ਤੇ ਹਮੇਸ਼ਾ ਹੀ ਰਹਿੰਦਾ ਹੈ, ਮੈਂ ਕੋਈ ਕਦੀ ਲੁਕੋਇਆ ਨਹੀਂ, ਉਸ ਦੇ ਨਾਲ ਸੰਪਰਕ ਕਰ ਸਕਦਾ ਹੈ। ਦੂਸਰਾ, ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਬੰਦੇ ਕਹਿਣਗੇ ਕਿ ਮੀਮਸਾ ਨੂੰ ਸ਼ਾਇਦ ਟਿਕਟ ਨਹੀਂ ਦਿੱਤੀ। ਜਦ ਮੈਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ ਸੀ, ਚਰਨਜੀਤ ਸਿੰਘ ਬਰਾੜ ਨੇ ਮੈਨੂੰ ਹੈਲਪ ਕੀਤੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਮੀਡੀਆ ਬਣ ਕੇ। ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਮੈਸੇਜ ਹਮੇਸ਼ਾ ਮੈਨੂੰ ਕਨਵੇ ਕੀਤਾ। ਉਹਨਾਂ ਨੂੰ ਪਤਾ ਜਦ ਮੈਂ ਪਾਰਟੀ ਜੁਆਇਨ ਕੀਤੀ, ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੈਂ ਵਾਹਿਗੁਰੂ ਨੂੰ ਕਹਿ ਰਹੀ ਹਾਂ, ਮੇਰੀ ਕੋਈ ਟਿਕਟ ਵਾਸਤੇ ਕਮਿਟਮੈਂਟ ਨਹੀਂ ਹੋਈ ਸੀ ਔਰ ਨਾ ਹੀ ਮੈਂ ਟਿਕਟ ਚਾਹੁੰਦੀ ਸੀਗੀ, ਕਿਉਂਕਿ 3.5 ਸਾਲਾਂ ਦੇ ਵਿੱਚ ਪਾਰਟੀ ਨੂੰ ਵੀ ਬਹੁਤ ਮੁਸ਼ਕਿਲ ਨਾਲ ਸਮਝਿਆ ਜਾਂਦਾ ਅਤੇ ਉਹਦੇ ਵਰਕਰਾਂ ਨੂੰ ਜਾਣਿਆ ਜਾਂਦਾ, ਔਰ ਨਾ ਹੀ ਮੈਂ ਕੋਈ ਅਸੈਂਬਲੀ ਦੇ ਵਿੱਚ ਟਿਕਟ ਦੀ ਰਿਗਾਰਡਿੰਗ ਕੰਮ ਕੀਤਾ ਅੱਜ ਤੱਕ, ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਰਿਗਾਰਡਿੰਗ। ਮੈਡਮ ਜਿਹੜੀ ਇਹ ਇੱਕ ਫੋਟੋ ਤੁਸੀਂ ਦਿਖਾਈ ਹੈ ਦਫ਼ਤਰ ਦੇ ਵਿੱਚ ਖੜਿਆਂ ਦੀ, ਤੁਸੀਂ ਕਿਹਾ ਇੱਥੇ ਪ੍ਰਧਾਨ ਜੀ ਬੈਠਦੇ ਔਰ ਇੱਥੇ ਮਿਲਣ ਵਾਲੇ, ਇਹ ਕਿਹੜੇ ਸਾਲ ਦੀ ਹੈ, ਕਦੋਂ ਦੀ ਹੈ? ਇਹ ਜੀ 2016 ਦੇ ਦਸੰਬਰ ਦੇ ਲਾਸਟ ਦੀ
ਤੇ 2017 ਦੇ ਵਿੱਚ ਖਿੱਚੀ ਹੋਈ ਹੈ। ਵੈਸੇ ਜਦ ਮੈਂ ਇਹ ਖਿੱਚਣ ਦਾ ਮਕਸਦ ਕੀ ਸੀਗਾ? ਇਹ ਖਿੱਚਣ ਦਾ ਮਕਸਦ ਸੀਗਾ ਵੀ ਮੈਂ ਮਤਲਬ ਕਿ ਆਪਣੇ ਬੱਚਿਆਂ ਨੂੰ ਜਾਂ ਸਭ ਨੂੰ ਦਿਖਾਉਣਾ ਚਾਹੁੰਦੀ ਸੀ ਕਿ ਵੀ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇੰਨਾ ਸੋਹਣਾ ਆਫਿਸ ਹੈ। ਆਪਾਂ ਨੂੰ 4.5 ਸਾਲ ਬਾਅਦ ਇਹ ਫੋਟੋਆਂ ਵੀਡੀਓ ਲਿਆਉਣ ਦੀ ਕੀ ਲੋੜ ਹੈ? ਹਾਂਜੀ, ਮੈਂ ਤੁਹਾਡਾ ਸਵਾਲ ਦਾ ਜਵਾਬ ਦਿੰਨੀ ਹੈਗੀ ਆ। ਐਕਚੁਅਲੀ ਕੀ ਸੀਗਾ ਜੀ, ਜਿਹੜੀ ਇਹ ਪ੍ਰੋਸੈਸ ਸੀ ਨਾ, ਪਹਿਲਾਂ ਤਾਂ ਜੀ ਸਿਰਫ ਇਹ ਕੇਸ ਚੱਲ ਰਹੇ ਸੀਗੇ, ਮੇਰੇ ਧਿਆਨ 'ਚ ਨਹੀਂ ਸੀ। ਉਸ ਦੌਰਾਨ ਕਰੋਨਾ ਆ ਗਿਆ। 18 'ਚ ਮੈਂ ਕਾਂਗਰਸ ਪਾਰਟੀ ਜੁਆਇਨ ਕੀਤੀ। 19 ਦੇ ਵਿੱਚ ਮੈਂ MP ਇਲੈਕਸ਼ਨ ਆ ਗਈ ਸੀਗੀ ਜੀ, ਔਰ ਮੈਨੂੰ ਇਸ ਕੇਸ ਦੇ ਰਿਲੇਟਡ ਕੋਈ ਪਤਾ ਨਹੀਂ ਸੀਗਾ ਕਿ ਇਹਦੇ ਵਿੱਚ ਕਿਹੜੇ ਲੋੜੀਂਦਾ ਨੇ ਔਰ ਕਿਸ ਸੰਬੰਧ ਨੇ, ਕਿਉਂਕਿ ਮੈਂ ਸਿਰਫ ਗੋਲੀकांड ਦਾ ਜਿਹੜਾ ਇਸ਼ੂ ਸੀਗਾ ਉਹਨੂੰ ਜ਼ਿਆਦਾ ਮਤਲਬ ਕਿ ਚੈਨਲਾਂ 'ਤੇ ਸੁਣਿਆ ਸੀ। ਮਤਲਬ ਸਰੂਪ ਚੋਰੀ ਹੋਣ ਦੇ ਸੰਬੰਧ ਦੇ ਵਿੱਚ ਮੇਰੇ ਨਾਲ ਕੋਈ ਮਤਲਬ ਕਿ ਇਸ ਤਰ੍ਹਾਂ ਦੀ ਮੇਰੀ ਨੌਲੇਜ 'ਚ ਨਹੀਂ ਸੀਗਾ। ਜਿੱਥੇ ਗੋਲੀ ਚੱਲੀ ਸੀ ਉੱਥੇ ਵੀ ਮੈਂ ਈਵਨ ਵਿਜ਼ਿਟ ਕੀਤਾ ਸੀ ਐਜ਼ ਏ ਸਿੰਪਥੀ ਤੌਰ 'ਤੇ ਉਸ ਪਰਿਵਾਰ ਦੇ ਵਿੱਚ, ਬਟ ਮੇਰਾ ਕੋਈ ਇਸ ਦੇ ਉੱਪਰ ਪ੍ਰੈਸ ਕਾਨਫਰੰਸ ਕਰਨਾ ਜਾਂ ਸਿਆਸਤ, ਮੈਂ ਸਿਰਫ SIT ਨੂੰ ਭਰੋਸੇ 'ਚ ਲਿਆ ਸੀਗਾ ਫਰਵਰੀ 'ਚ। ਉਹ ਇਹ ਫੋਟੋ ਹੈਗੀ ਹੈ, ਰਜਿੰਦਰ ਸੋਲ ਜੀ ਮੈਂਬਰ ਸੀਗੇ, ਗੁਰਦਾਸਪੁਰ ਦੇ SSP ਸੀ ਉਸ ਦੌਰਾਨ ਫਰਵਰੀ ਦੇ ਮਹੀਨੇ 'ਚ। ਜਦ ਮੇਰੇ ਧਿਆਨ 'ਚ ਇਹ ਗੱਲ ਆਈ, ਮੈਂ ਉਹਨਾਂ ਤੱਕ ਪਹੁੰਚੀ ਕਿਵੇਂ ਵੀ, ਬਹੁਤ ਮਤਲਬ ਕਿ ਮੈਨੂੰ ਬਹੁਤ ਇਹ ਸਮਝ ਨਹੀਂ ਆ ਰਹੀ ਸੀ ਵੀ ਮੈਂ ਕਿਸ ਕੋਲ ਜਾਵਾਂ, ਕੌਣ ਇਹੋ ਜਿਹਾ ਵੀ ਜਿਹੜੀ ਮੇਰੀ ਗੱਲ ਕੋਰਟ ਤੱਕ ਜਾਂ ਲੋਕਾਂ ਤੱਕ ਲੈ ਕੇ ਆ ਸਕੇ। ਮੈਂ ਉਹਨਾਂ ਤੱਕ ਪਹੁੰਚ ਕੀਤੀ ਤੇ ਇਹ ਉਹਨਾਂ ਦੇ ਰਿਹਾਇਸ਼ ਹੈ ਜੀ, ਜਿੱਥੇ ਮੇਰੀ ਫੋਟੋ ਹੈ। ਇਹ ਮੈਂ ਤਾਂ ਖਿੱਚੀ ਕਿਉਂਕਿ ਮੇਰੀ ਆਦਤ ਹੈਗੀ ਹੈ, ਮੈਂ ਕਿਤੇ ਵੀ ਜਾਂਦੀ ਹਾਂ, ਈਵਨ ਇੱਥੇ ਬੈਠੀ ਹਾਂ ਜਾਂ ਕਿਤੇ ਵੀ ਗਈ ਹਾਂ, ਮੈਂ ਜ਼ਰੂਰ ਫੋਟੋ ਪਾਉਂਦੀ ਹਾਂ। ਤੁਸੀਂ ਮੇਰੀ ਫੇਸਬੁੱਕ ID ਦੇਖ ਸਕਦੇ ਹੋ। ਮੈਂ ਹੁਣ ਤੁਸੀਂ ਕਹਿ ਰਹੇ ਵੀ 2018 ਦੇ ਵਿੱਚ ਪਤਾ ਲੱਗਿਆ ਬੇਅਦਬੀ ਦਾ ਜ਼ਿਆਦਾ ਜਾਣਕਾਰੀ। ਹਾਂਜੀ, ਪਰ 2016 ਤੁਸੀਂ ਨਹੀਂ ਜੀ 2008 ਹਾਂਜੀ ਮੈਂ ਦੱਸਦੀ ਹਾਂ ਜੀ, ਤੁਸੀਂ ਉਹਨੂੰ ਕਿਹਾ ਵੀ ਕਿੱਦਾਂ ਕਰਕੇ ਕਿਉਂ ਮੈਂ ਦੱਸਦੀ ਹਾਂ ਜੀ। 2 ਕੇਸ ਚੱਲ ਰਹੇ ਨੇ। ਇੱਕ ਤਾਂ ਚੱਲ ਰਿਹਾ ਜੀ ਗੋਲੀकांड, ਉਹਦੇ ਨਾਲ ਮੈਨੂੰ ਪਤਾ ਸੀ ਵੀ ਗੋਲੀ ਚਲਾਈ ਹੈ ਪੁਲਿਸ ਔਰ ਉੱਥੇ ਦੇ ਲੋਕਲ ਲੋਕਾਂ ਦਾ ਮਤਲਬ ਕਿ ਕਲੈਸ਼ ਚੱਲ ਰਿਹਾ। ਦੂਸਰਾ ਜਿਹੜਾ ਸੀ ਸਰੂਪ ਚੋਰੀ ਹੋਣ ਦਾ, ਉਹਦੇ ਨਾਲ ਮੈਨੂੰ ਕੋਈ ਜਾਣਕਾਰੀ ਨਹੀਂ ਸੀ। ਇਹ ਜਾਣਕਾਰੀ ਉਦੋਂ ਆਈ ਜਦ ਮੇਰੇ ਟੇਬਲ ਤੇ ਇਹ ਖਬਰਾਂ ਆਈਆਂ ਜੀ, ਅਖਬਾਰ ਆਏ ਸਵੇਰੇ ਅਜੀਤ ਦੇ, ਔਰ ਮੈਂ ਉਹ ਖਬਰਾਂ ਪੜ੍ਹੀਆਂ। ਔਰ ਇੱਕ ਸਭ ਤੋਂ ਮੇਨ ਗੱਲ ਜਿਹੜੀ ਪੰਜਾਬ ਦੇ ਲੋਕਾਂ ਨੂੰ ਅਵੇਅਰ ਨੇ, ਉਹ ਹੈਗੀ ਹੈ ਹਰਸ਼ ਧੂਰੀ ਦੀ ਫੋਟੋ ਜਨਤਕ ਨਹੀਂ ਕੀਤੀ ਕਿਸੇ, ਨਾ ਮੀਡੀਆ ਨੇ ਨਾ SIT ਨੇ, ਹੈ ਨਾ ਜੀ, ਜਿਸ ਨਾਲ ਉਹਦੀ ਫੋਟੋ ਕੋਈ ਜਾਣਦਾ ਨਹੀਂ ਸੀ। ਜਿਸ ਦਿਨ ਹਰਸ਼ ਧੂਰੀ ਦੀ ਖਬਰ ਆਉਂਦੀ ਸੀ ਜ਼ਰੂਰ 3 ਡੇਰਾ ਪ੍ਰੇਮੀ ਲੋੜੀਂਦਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਚੋਰੀ ਹੋਣ 'ਤੇ, ਹੈ ਨਾ, ਤੇ ਜਦ ਮੈਨੂੰ ਹਰਸ਼ ਧੂਰੀ ਨਾਲ ਉਹਦੇ ਸੰਬੰਧ ਆਇਆ ਤਾਂ ਮੈਂ ਕਿਹਾ ਧੂਰੀ ਦੇ ਵਿੱਚ ਤਾਂ ਇੱਕੋ ਹੀ ਹਰਸ਼ ਧੂਰੀ ਹੈ, ਉਹਦੀ ਐਨਕਾਂ ਦੀ ਦੁਕਾਨ ਹੈ ਕੱਕੜ ਵਾਲੇ ਪੁਲ 'ਤੇ, ਔਰ ਮੈਂ ਉਹਨੂੰ ਵਧੀਆ ਤਰੀਕੇ ਨਾਲ ਜਾਣਦੀ ਹਾਂ। ਮੈਂ ਕਿਹਾ ਜ਼ਰੂਰ ਕੁਛ ਨਾ ਕੁਛ ਕਿਤੇ ਅਪਸੈਟਿੰਗ ਹੈਗੀ ਹੈ, ਤੇ ਮੈਂ ਉਸ ਕੜੀ ਨੂੰ ਫਿਰ ਜੋੜਨਾ ਸ਼ੁਰੂ ਕਰਤਾ। ਜਦ ਮੈਂ ਉਹ ਕੜੀ ਜੋੜੀ ਤਾਂ ਮੇਰੀ ਆਦਤ ਹੈ ਵੀ ਜਿੰਨੀਆਂ ਵੀ ਸਨੈਪਸ ਨੇ ਉਹਨਾਂ ਨੂੰ ਮੈਂ ਖੰਗਾਲਿਆ, ਔਰ ਮੇਰੇ ਤੋਂ ਇਹ ਫੋਟੋ ਮਿਲੀ। ਇਹ ਤੇ ਮੈਂ ਕਿਹਾ ਵੀ ਫਿਰ ਮੈਂ ਗੁਰਦਾਸਪੁਰ ਪਹੁੰਚੀ ਜੀ, ਟਾਈਮ ਲੈ ਕੇ ਇਹਨਾਂ ਤੋਂ SP ਆਪਣੇ ਰਜਿੰਦਰ ਸੋਲ ਜੀ ਤੋਂ। ਮੈਂ ਇਹਨਾਂ ਨੂੰ ਵੈਸੇ ਓਬਵੀਅਸਲੀ ਕੁਐਸਚਨ ਪੁੱਛਿਆ, ਮੈਂ ਕਿਹਾ ਜੀ ਉਸ ਫੈਸਲੇ ਕਦ ਤੱਕ ਹੋ ਜਾਏਗਾ ਜੀ ਕੋਰਟ ਵੱਲੋਂ? ਤਾਂ ਉਹਨਾਂ ਨੇ ਕਿਹਾ ਜੀ ਹਜੇ ਤਾਂ ਬੰਦੇ ਹੀ ਨਹੀਂ ਫੜੇ ਜਾ ਰਹੇ ਹੈਗੇ, ਵੀ ਪਰਚਾ ਹੋਇਆ ਕੋਰਟ 'ਚ ਹੀ ਨਹੀਂ ਪੇਸ਼ ਹੋ ਰਹੇ। ਤਾਂ ਮੈਂ ਕਿਹਾ ਜੀ ਇਹ ਬੰਦਾ ਹੈਗਾ, ਜੇ ਤੁਸੀਂ ਮੈਨੂੰ ਕੁਝ ਗਾਈਡ ਕਰ ਦਿਓ ਕਿ ਇਹ ਉਹ ਬੰਦਾ ਹੈਗਾ ਜੀ। ਤਾਂ ਉਹ ਕਹਿੰਦੇ ਹਾਂ ਇਹ ਬੰਦਾ ਲੋੜੀਂਦਾ ਹੈਗਾ। ਤਦ ਮੈਨੂੰ ਪਤਾ ਲੱਗਿਆ ਤੇ ਉਸ ਤੋਂ ਬਾਅਦ ਮੈਂ ਪੈਰਵਾਈ ਕਰਨੀ ਸ਼ੁਰੂ ਕਰਤੀ। ਬੇਅਦਬੀ ਦਾ ਮਸਲਾ ਤਾਂ ਜੀ 2016 ਤੋਂ ਚੱਲਦਾ ਆ ਰਿਹਾ। ਜਦੋਂ ਸਰਕਾਰ ਬਣਾਈ ਹੈ ਕਾਂਗਰਸ ਨੇ, ਉਸ ਟਾਈਮ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਇਹਦੀ ਇੱਕ ਨਿਰਪੱਖ ਜਾਂਚ ਕਰਾਵਾਂ ਔਰ ਜਲਦੀ ਲੋਕਾਂ ਦੇ ਵਿੱਚ ਇਹਦਾ ਫੈਸਲਾ ਲਿਆਵਾਂਗੇ। ਪਰ ਅੱਜ ਤੁਸੀਂ ਜਿਹੜੀ ਇਹ ਗੱਲ ਦੱਸੀ, ਅੱਜ ਤੋਂ 4 ਸਾਲ ਪਹਿਲਾਂ ਵੀ ਦੱਸ ਸਕਦੇ ਸੀਗੇ, 2 ਸਾਲ ਪਹਿਲਾਂ ਵੀ ਦੱਸ ਸਕਦੇ, ਅੱਜ ਹੀ ਕਿਉਂ ਜ਼ਰੂਰਤ ਪਈ ਹੈ? ਦੇਖੋ ਇਸ ਕਰਕੇ ਜ਼ਰੂਰਤ ਪਈ ਕਿ ਚੋਰ ਦੀ ਦਾੜੀ 'ਚ ਤਿਨਕਾ ਕਹਿ ਲੈਂਦੇ ਆ। ਮੈਨੂੰ ਕਿਸੇ ਸੋਰਸਾਂ ਰਾਹੀਂ ਪਤਾ ਲੱਗਿਆ ਕਿ ਬਾਦਲ ਪਰਿਵਾਰ ਨੂੰ ਪਤਾ ਲੱਗਿਆ ਕਿ ਮੈਂ ਇਸ 'ਤੇ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਹਾਂ, ਇਸ ਕੇਸ ਨੂੰ ਖੰਗਾਲ ਰਹੀ ਹਾਂ। ਤਾਂ ਉਹਨਾਂ ਨੇ ਮੇਰੇ ਬੇਟੇ ਤੱਕ ਪਹੁੰਚ ਕੀਤੀ, ਚਰਨਜੀਤ ਬਰਾੜ ਜੀ ਨੇ। ਪਰਸੋਂ ਉਹਨਾਂ ਨੇ ਮੇਰੇ ਬੇਟੇ ਨੂੰ ਕਿਹਾ ਕਿ ਤੇਰੀ ਮੰਮੀ ਕੋਈ ਗੱਲਬਾਤ ਕਰਨਾ ਚਾਹੁੰਦੀ ਹੈ, ਜੋ ਵੀ ਮਤਲਬ ਪ੍ਰੈਸ ਕਾਨਫਰੰਸ ਕਰਨਾ ਚਾਹੁੰਦੀ ਹੈ ਜਾਂ ਅਸਤੀਫਾ ਦੇਣਾ ਚਾਹੁੰਦੀ ਹੈ, ਉਹਨਾਂ ਨੂੰ ਸਮਝਾ। ਇਹਦਾ ਉਹ ਤਾਂ ਬੋਲ ਕੇ ਚੁੱਪ ਕਰ ਜਾਏਗੀ, ਖਮਿਆਜਾ ਤੈਨੂੰ ਭੁਗਤਣਾ ਪਏਗਾ। ਦੇਖੋ ਮੈਂ ਸਮਝਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 4 ਪੁੱਤਰ ਵਾਰਤੇ ਸੀ। ਜੇ ਮੇਰਾ ਪਰਿਵਾਰ ਆਪਣੀ ਕੁਰਬਾਨੀ ਦੇ ਦਿੰਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ, ਤਾਂ ਕੋਈ ਮੈਨੂੰ ਇਹ ਵਾਸਤੇ ਕੋਈ ਦੁੱਖ ਨਹੀਂ ਹੋਏਗਾ। ਮੈਂ ਬਹੁਤ ਵਡਭਾਗੀ ਹੋਵਾਂਗੀ ਕਿ ਮੈਨੂੰ ਇਹ ਮੌਕਾ ਮਿਲੇਗਾ। ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਆਪਣਾ ਪਰਿਵਾਰ ਵਾਰ ਰਹੀ ਹਾਂ, ਹੈ ਨਾ। ਅਤੇ ਰਹੀ ਗੱਲ ਤੁਸੀਂ ਕਹੋਗੇ ਕਿ ਹੁਣ ਇੰਨੇ ਟਾਈਮ ਬਾਅਦ, ਦੇਖੋ PO ਤਾਂ ਹੁਣ 2020 ਦੇ ਵਿੱਚ ਡਿਕਲੇਅਰ ਹੋਇਆ, ਅਤੇ ਮੈਨੂੰ ਇਹ ਸੀ ਸ਼ਾਇਦ ਉਹ ਕੋਰਟ ਦੇ ਸੰਬੰਧ ਦੇ ਵਿੱਚ ਹੋਏਗਾ, ਕਿਉਂਕਿ ਆਪਾਂ ਨੂੰ ਕੋਈ ਇੰਟਰਸਟ ਹੀ ਨਹੀਂ ਸੀ ਇਸ ਦੇ ਨਾਲ ਕਿ ਹਰਸ਼ ਧੂਰੀ ਨੂੰ ਕੋਰਟ 'ਚ ਚਾਹੀਦਾ ਹੈ ਜਾਂ ਨਹੀਂ ਚਾਹੀਦਾ, ਕਿਉਂਕਿ ਮੈਂ ਕੋਈ ਇਹਦੇ 'ਤੇ ਸਿਆਸਤ ਥੋੜ੍ਹੀ ਕਰਨੀ ਸੀਗੀ। ਅਗਰ ਮੈਂ ਸਿਆਸਤ ਕਰਨੀ ਹੁੰਦੀ, ਉਸੇ ਟਾਈਮ ਮੌਜੂਦਾ ਸਰਕਾਰ ਕਾਂਗਰਸ ਦੀ ਸੀ, ਮੈਂ ਉਹ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਆਈ ਹਾਂ।
ਕੋਈ ਸਿਆਸੀ ਬੰਦਾ ਕਦੀ ਵੀ ਸਰਕਾਰਾਂ ਛੱਡ ਕੇ ਨਹੀਂ ਆਉਂਦਾ ਹੁੰਦਾ, ਪਰ ਮੈਨੂੰ ਸ਼ਾਇਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਕੋਈ ਆਦੇਸ਼ ਸੀ, ਕੋਈ ਬਹਾਨਾ ਸੀ। ਉਹਨਾਂ ਨੇ ਇਹੋ ਜਿਹੇ ਹਾਲਾਤ ਬਣਾਏ ਕਿ ਮੈਂ ਅਕਾਲੀ ਦਲ 'ਚ ਚਲੀ ਗਈ ਔਰ ਥੋੜ੍ਹੇ ਟਾਈਮ ਦੇ ਵਿੱਚ ਇਹ ਸਾਰਾ ਕੁਝ ਮੇਰੇ ਸਾਹਮਣੇ ਹੈ। ਧਮਕੀਆਂ ਵਗੈਰਾ ਵੀ ਮਿਲ ਰਹੀਆਂ, ਕੋਈ ਜਾਨ ਮਾਲ ਦਾ ਨੁਕਸਾਨ ਕੋਈ? ਦੇਖੋ ਜੀ, ਲਗਾਤਾਰ ਮੈਨੂੰ ਕਾਫੀ ਫੋਨ ਆ ਰਹੇ ਆ ਉਹਨਾਂ ਦੇ ਬੰਦਿਆਂ ਦੇ, ਔਰ ਮੇਰੇ ਕੋਲ ਫੋਨ ਸਾਰੇ ਲਿਸਟ ਦੇ ਵਿੱਚ ਹੈਗੇ ਆ, ਪਰ ਮੈਂ 3 ਦਿਨ ਤੋਂ ਫੋਨ ਸਵਿਚ ਆਫ ਇਸ ਕਰਕੇ ਕਰਿਆ ਹੋਇਆ ਕਿਉਂਕਿ ਸਾਡਾ ਇੱਕ ਪਰਿਵਾਰਕ ਮੈਂਬਰ ਡੇਂਗੂ ਨਾਲ ਕਾਫੀ ਸੀਰੀਅਸ ਕੰਡੀਸ਼ਨ 'ਚ ਚੱਲ ਰਿਹਾ, ਤੇ ਅੱਜ ਵੀ ਉਹਨੂੰ ਪੀਜੀਆਈ ਲੈ ਕੇ ਆਏ ਸੀਗੇ। ਮੈਂ ਉਧਰ ਉਲਝੀ ਹੋਈ ਸੀ ਤੇ ਉਹਨਾਂ ਨੂੰ ਇਹ ਲੱਗਿਆ ਸ਼ਾਇਦ ਮੀਮਸਾ ਕੋਈ ਗਲਤ ਸਟੈਪ ਨਾ ਚੱਕਦੇ, ਇਸ ਤੋਂ ਪਹਿਲਾਂ ਹੀ ਅਸੀਂ ਕੁਝ ਨਾ ਕੁਝ ਪੈਰਵਾਈ ਕਰ ਲਈਏ। ਬਿਆਨ ਦਿੱਤਾ ਇਹ ਕਿ ਇਹ ਤਾਂ ਥ੍ਰੈਟਿੰਗ ਕਰ ਰਹੇ ਤੁਹਾਡੇ ਮੁੰਡੇ ਨੂੰ। ਦੇਖੋ ਜੀ, ਜਦ ਵੀ ਕੋਈ ਸੱਚਾਈ ਆਪਾਂ ਨੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਸਮਾਜ ਦੇ ਵਿੱਚ, ਹੈ ਨਾ, ਤਾਂ ਉਹ ਹਮੇਸ਼ਾ ਕੁਰਬਾਨੀਆਂ ਲੈਂਦੀ ਹੁੰਦੀ ਹੈ। ਚਾਹੇ ਗੁਰੂ ਗੋਬਿੰਦ ਸਿੰਘ ਜੀ ਸੀਗੇ, ਉਹਨਾਂ ਨੇ 10ਵੇਂ ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਦਿੱਤੇ ਉਹਨਾਂ ਦੇ ਸਤਿਕਾਰ ਕਰਨ ਵਾਸਤੇ, ਤਾਂ ਉਹਨਾਂ ਨੇ ਵੀ ਪਰਿਵਾਰ ਵਾਰਿਆ ਔਰ ਕੁਰਬਾਨੀਆਂ ਦਿੱਤੀਆਂ। ਮੈਂ ਸਮਝਦੀ ਹਾਂ ਜਦ ਵੀ ਕੋਈ ਬੰਦਾ ਸੱਚ ਬੋਲਦਾ ਹੈ ਤਾਂ ਉਹਦਾ ਹਮੇਸ਼ਾ ਗਲਾ ਘੋਟਿਆ ਜਾਂਦਾ ਹੈ ਜਾਂ ਉਹਨੂੰ ਚੁੱਪ ਕਰਾਇਆ ਜਾਂਦਾ ਹੈ, ਤੇ ਮੈਂ ਉਸ ਗਿੱਦੜ ਭਗਤੀਆਂ ਤੋਂ ਡਰਨ ਵਾਲੀ ਨਹੀਂ ਹੈਗੀ। ਅੱਜ ਮੈਂ ਮੀਡੀਆ ਰਾਹੀਂ ਕਹਿ ਰਹੀ ਹਾਂ, ਜੋ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਕਰਦਾ ਹੈ, ਉਸ ਨੂੰ ਮੰਨਦਾ ਹੈ ਔਰ ਉਸ ਦਾ ਡਰ ਮੰਨਦਾ ਹੈ, ਉਹਦੇ ਦਿੱਤੇ ਸਵਾਸ ਲੈ ਰਹੇ ਖਾ ਰਹੇ ਹਾਂ, ਤਾਂ ਉਹ ਕਦੀ ਵੀ ਇਸ ਦੇ ਉੱਪਰ ਗਲਤ ਨਹੀਂ ਬੋਲੇਗਾ ਔਰ ਮੈਨੂੰ ਟਿੱਪਣੀ ਗਲਤ ਨਹੀਂ ਕਰੇਗਾ।